ਸੰਗਤ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। श्री अर्जन विघ्नन के नाशक विघ्नन के नाशक। श्री हरगोबिंद शोभ सुमत प्रकाशक। श्री हर राय नमो कर जोरी नमो कर जोरी। गुरु हर कृष्ण मनाए बहोरी। गुरु तेग बहादुर परम कृपाला परम कृपाला। श्री गुरु गोबिंद सिंह विशाला। तरो तरा पर पुन पुन सीसा पुन पुन सीसा। बंदो बार बार जगदीशा। जिस मह अमृत ज्ञान है मानक भगत बैराग। श्री गुरु ग्रंथ साहिब उदद बंदो कर अनुराग। एक अंकार सतगुरु तेह प्रसाद सच होए। वाहिगुरु जी की फतेह। विघ्न विनाशन सोए। या ते सुनहो कष्ट जे पौरी। कीन मंगला चरण सो ठौरी। सप्तम मह बैराग अलावा। बिना ज्ञान सब कूर दिखावा। या ते सुनहो कष्ट जे पौरी। सतगुरु गरीब नवाज सच्चे पातशाह दीन दुनिया दे मालिक चबर छतर तख्त दे मालिक समर्थ गुरु परतख गुरु दीन दयाल कृपाल अंतरजामी पूਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਈਮਾਨ ਸੰਗਤ ਜੀ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਸਤਿਗੁਰੂ ਗਰੀਬ ਨਵਾਜ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਪ ਦੀ ਸਰਵਣ ਕਰ ਰਹੇ ਹਾਂ। ਤੇ ਪਰਸੋਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਗੁਰਪੁਰਬ ਹੈ। ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇੱਕ ਬਚਨ ਸੁਣਾ ਕੇ ਲੜੀਵਾਰ ਕਥਾ ਆਰੰਭ ਕਰਾਂ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਤਾ ਗੱਦੀ ਦਿੱਤੀ ਨਾ ਸਾਧ ਸੰਗਤ ਜੀ ਗੁਰੂ ਹਰਿਰਾਏ ਸਾਹਿਬ ਜੀ ਨੂੰ, ਤੇ ਮਹਾਰਾਜ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਪੋਤਰੇ ਲੱਗਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ। ਮਾਤਾ ਨਾਨਕੀ ਜੀ ਨੇ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੇ ਪੁੱਤਰ ਤੇਗ ਬਹਾਦਰ ਜੀ ਮਹਾਰਾਜ ਜੀ ਉਹ ਸੰਸਾਰ ਵਿੱਚ ਬਹੁਤਾ ਨਹੀਂ ਵਿਚਰਦੇ, ਉਹਨਾਂ ਤੇ ਵੀ ਕਿਰਪਾ ਕਰੋ। ਮਹਾਰਾਜ ਜੀ ਨੇ ਪ੍ਰਸ਼ਾਦਾ ਛਕ ਕੇ ਹੱਥ ਸੁੱਚੇ ਕਰਕੇ ਜਿਸ ਰੁਮਾਲ ਦੇ ਨਾਲ ਹੱਥ ਪੂੰਝੇ ਹੈ ਉਹ ਰੁਮਾਲ ਮਾਤ ਨਾਨਕੀ ਦੀ ਝੋਲੀ ਪਾ ਕੇ ਬਚਨ ਕੀਤਾ ਸੀ, ਨਾਨਕੀ ਜੀ ਆਪਣੇ ਪੁੱਤਰ ਨੂੰ ਕਿਹੋ ਤੁਹਾਡੇ ਘਰ ਵਿੱਚ ਵੀ ਗੁਰਤਾ ਗੱਦੀ ਆਵੇਗੀ। ਤੇ ਸ਼ਸਤਰ ਦਿੱਤੇ
ਕਹਿਣ ਲੱਗੇ ਤੁਹਾਡੇ ਘਰ ਵਿੱਚ ਜੋਧਾ ਪੋਤਰਾ ਪੈਦਾ ਹੋਵੇਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰ ਬਾਰੇ ਆਖਿਆ, ਭਾਵ ਗੁਰੂ ਗੋਬਿੰਦ ਸਿੰਘ ਜੀ ਬਾਰੇ ਬਚਨ ਕੀਤਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੁਹਾਡੇ ਘਰ ਵਿੱਚ ਬੜਾ ਜੋਧਾ ਪੋਤਰਾ ਪੈਦਾ ਹੋਏਗਾ। ਮਹਾਰਾਜ ਜੀ ਕਿਤਨਾ ਕੁ ਜੋਧਾ ਹੋਏਗਾ। ਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਖ ਦਾ ਬਚਨ ਹੈ। ਮਹਾਰਾਜ ਕਹਿਣ ਲੱਗੇ, ਨਾਨਕੀ ਜੀ ਜਿਹੜਾ ਤੁਹਾਡੇ ਘਰ ਵਿੱਚ ਪੋਤਰਾ ਪੈਦਾ ਹੋਵੇਗਾ ਉਹਦਾ ਪ੍ਰਤਾਪ ਸਾਡੇ ਨਾਲੋਂ 10 ਗੁਣਾ ਵੱਧ ਹੋਵੇਗਾ। ਇਹ ਮਹਾਰਾਜ ਜੀ ਨੇ ਬਚਨ ਕੀਤਾ। ਵੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਧਰਮ ਨੂੰ ਮੁੱਖ ਰੱਖਦਿਆਂ ਹੋਇਆਂ ਜਿੱਥੇ ਲੋਕਾਂ ਨੂੰ ਸਿੱਖਿਆ ਦਿੱਤੀ, 4 ਜੰਗਾਂ ਵੀ ਲੜੀਆਂ। ਤੇ 10ਵੇਂ ਪਾਤਸ਼ਾਹ ਨੇ ਧਰਮ ਨੂੰ ਮੁੱਖ ਰੱਖਦਿਆਂ ਜਿੱਥੇ ਸੰਸਾਰ ਨੂੰ ਸਿੱਖਿਆ ਦਿੱਤੀ ਉੱਥੇ 14 ਜੰਗਾਂ ਲੜੀਆਂ ਮਹਾਰਾਜ ਨੇ। ਮਹਾਰਾਜ ਨੇ ਕਿਹਾ ਸੀ ਸਾਡੇ ਨਾਲੋਂ ਵੀ ਤੇਜ ਪ੍ਰਤਾਪ ਜਿਹੜਾ ਹੈ ਉਹ 10 ਗੁਣਾ ਵੱਧ ਹੋਵੇਗਾ। ਇਹ ਬਚਨ ਸਾਡੇ ਸ੍ਰੀ ਗੁਰਪ੍ਰਤਾਪ ਸੂਚ ਗ੍ਰੰਥ ਵਿੱਚ ਸਾਧ ਸੰਗਤ ਜੀ ਅੰਕਿਤ ਹਨ। ਸੋ ਐਸੇ ਵੱਡੇ ਗੁਰੂ, ਸਮਰੱਥ ਗੁਰੂ, ਭਾਰੀ ਗੁਰੂ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਅਵਤਾਰ ਗੁਰਪੁਰਬ ਆ ਰਿਹਾ ਹੈ। ਆਪ ਜੀ ਭਾਗਾਂ ਵਾਲੇ ਹੋ। ਜ਼ਿੰਦਗੀ ਦੇ ਵਿੱਚ ਗੁਰਪੁਰਬ ਮਨਾਉਣ ਦਾ ਸਮਾਂ ਮਿਲ ਜਾਵੇ ਬੜੀ ਵੱਡੀ ਗੱਲ ਹੈ। ਤੇ ਮੈਂ ਇੱਕ ਬਚਨ ਹੀ ਕਰਕੇ ਤੇ ਫਿਰ ਆਪਾਂ ਲੜੀਵਾਰ ਕਥਾ ਆਰੰਭ ਕਰੀਏ। ਬੜੀਆਂ ਗਲਤੀਆਂ ਹੋਈਆਂ ਹੋਣ, ਭੁੱਲਾਂ ਹੋਈਆਂ ਹੋਣ ਨਾ, ਜੇ ਕੋਈ ਗੁਰਪੁਰਬ ਵਾਲੇ ਦਿਨ ਹੱਥ ਜੋੜ ਕੇ ਮਾਫੀ ਮੰਗੇ, ਮਹਾਰਾਜ ਇੰਨੇ ਦਿਆਲੂ ਹੁੰਦੇ, ਉਹਦੀਆਂ ਭੁੱਲਾਂ, ਉਹਦੇ ਪਾਪ ਗੁਨਾਹ ਸਭ ਕੁਝ ਬਖਸ਼ ਦਿੰਦੇ ਹਨ। ਮਹਾਰਾਜ ਗੁਰਪੁਰਬ ਦੇ ਦਿਨ ਦਾ ਇੰਨਾ ਵੱਡਾ ਖਾਸ ਮਹਾਤਮ ਹੈ ਸਾਧ ਸੰਗਤ ਜੀ। ਸੋ ਪੋਹ ਸੁਦੀ ਸਪਤਮੀ 9 ਤਰੀਕ ਨੂੰ ਮਹਾਰਾਜ ਜੀ ਦੇ ਗੁਰਪੁਰਬ ਆ ਰਹੇ ਹਨ। ਸਾਰੀਆਂ ਸੰਗਤਾਂ ਆਪਾਂ ਨੇ ਮਨਾਉਣੇ ਹਨ। ਆਓ ਹੁਣ ਲੜੀਵਾਰ ਕਥਾ ਸੱਚੇ ਪਾਤਸ਼ਾਹ ਜੀ ਦੀ ਸੁਣੀਏ। ਗੱਜ ਕੇ ਕਹੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਿਗੁਰੂ ਮਹਾਰਾਜ ਕਸ਼ਮੀਰ ਦੀ ਧਰਤੀ ਤੇ ਪਹੁੰਚੇ ਹਨ। ਬਾਰਾਮੂਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ ਹੈ। ਨਾਲ ਫੌਜਾਂ ਹਨ। ਕੱਲ ਤੁਸੀਂ ਸੁਣਿਆ ਰੂੜੀ ਦੇ ਉੱਤੇ ਪਿਆ ਇੱਕ ਬੱਚਾ ਜਿਹੜਾ ਕੋਥਰਾ ਹੈ, ਮਹਾਰਾਜ ਜੀ ਨੇ ਉਹਨੂੰ ਸੁਥਰਾ ਕਹਿ ਕੇ ਬਖਸ਼ਿਸ਼ਾਂ ਦੇ ਨਾਲ ਨਵਾਜਿਆ ਹੈ। ਕੱਲ ਉਹ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ। ਉਹਦੇ ਤੋਂ ਬਾਅਦ ਮਹਾਰਾਜ ਹਾਫਜ਼ਾਬਾਦ ਵਿੱਚ ਪਹੁੰਚੇ ਹੈ। ਹਾਫਜ਼ਾਬਾਦ ਇਸ ਇਲਾਕੇ ਦੇ ਵਿੱਚ ਇੱਕ ਸਿੱਖ ਮਹਾਰਾਜ ਜੀ ਨੂੰ ਬੜਾ ਹੀ ਯਾਦ ਕਰਦਾ ਹੁੰਦਾ ਸੀ। ਦਰਸ਼ਨਾਂ ਦੀ ਪ੍ਰੀਤ ਧਾਰਨ ਕੀਤੀ ਹੋਈ ਸੀ, ਪਰ ਕਿਸੇ ਕਾਰਨ ਮਹਾਰਾਜ ਜੀ ਦੇ ਚਰਨਾਂ ਵਿੱਚ ਨਹੀਂ ਸੀ ਪਹੁੰਚ ਸਕਿਆ। ਸਾਧ ਸੰਗਤ ਜੀ ਐਸਾ ਹੋ ਜਾਂਦਾ ਹੈ। ਕਈ ਵਾਰੀ ਤੁਹਾਡੇ ਮਨ 'ਚ ਹੁੰਦਾ ਹੈ ਵੀ ਅਸੀਂ ਚੱਲ ਕੇ ਦਰਸ਼ਨ ਕਰੀਏ, ਪਰ ਕੋਈ ਕਾਰਨ ਵਰਤ ਜਾਂਦਾ ਹੈ, ਰੁਝੇਵਾਂ ਇਹੋ ਜਿਹਾ ਬਣ ਜਾਂਦਾ ਹੈ, ਦਰਸ਼ਨ ਕਰਨ ਪਹੁੰਚਿਆ ਨਹੀਂ ਜਾਂਦਾ। ਮੈਨੂੰ ਬਾਹਰੋਂ ਵਿਦੇਸ਼ਾਂ ਵਿੱਚੋਂ ਫੋਨ ਆਉਂਦੇ ਆ। ਬਹੁਤ ਸਾਰੀਆਂ ਸੰਗਤਾਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਵਿਲਕਦੀਆਂ ਹਨ ਵੀ ਗਿਆਨੀ ਜੀ ਸਾਡਾ ਬੜਾ ਹੀ ਜੀਅ ਕਰਦਾ ਹੈ ਹਰਿਮੰਦਰ ਸਾਹਿਬ ਦਰਸ਼ਨ ਕਰਨ ਦੇ, ਪਰ ਮਾਹੌਲ ਇਹੋ ਜਿਹਾ ਹੈ ਵੀ ਸਾਡੇ ਕੋਲ ਪਹੁੰਚਿਆ ਨਹੀਂ ਜਾ ਸਕਦਾ। ਫਲਾਈਟਾਂ ਰੱਦ ਹਨ, ਪਹੁੰਚਿਆ ਨਹੀਂ ਜਾਂਦਾ। ਕਰਮਚੰਦ ਦੇ ਘਰ ਦਾ ਰੁਝੇਵਾਂ ਇੰਨਾ ਸੀਗਾ ਵੀ ਸਾਧ ਸੰਗਤ ਜੀ ਉਹ ਮਹਾਰਾਜ ਦੇ ਕੋਲ ਨਹੀਂ ਸੀ ਪਹੁੰਚ ਸਕਦਾ। ਗੁਰੂ ਹਰਗੋਬਿੰਦ ਸਾਹਿਬ ਲੰਘ ਰਹੇ ਆ ਤੇ ਮਹਾਰਾਜ ਨੇ ਫੁਰਨਾ ਬਣਾਇਆ ਵੀ ਕਰਮਚੰਦ ਨੂੰ ਦਰਸ਼ਨ ਦੇ ਕੇ ਹੀ ਚੱਲੀਏ। ਮਹਾਰਾਜ ਦਰਸ਼ਨ ਦੇਣ ਵਾਸਤੇ ਉੱਥੇ ਉਤਰੇ ਆ। ਹੈਫਜ਼ਾਬਾਦ ਨਗਰ ਦੇ ਬਾਹਰ ਵੱਡਾ ਰੁੱਖ ਹੈ। ਮਹਾਰਾਜ ਨੇ ਉੱਥੇ ਆਸਣ ਲਵਾਇਆ, ਸੱਚੇ ਪਾਤਸ਼ਾਹ ਬੈਠ ਗਏ। ਕਰਮਚੰਦ ਦੇ ਕੰਨ ਵਿੱਚ ਸੋਏ ਪਈ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਏ ਹਨ। ਕਰਮਚੰਦ ਨੂੰ ਬੜਾ ਹੀ ਚਾਅ ਚੜਿਆ ਵੀ ਸੱਚੇ ਪਾਤਸ਼ਾਹ ਮਹਾਰਾਜ ਆਏ ਆ। ਸਾਧ ਸੰਗਤ ਜੀ ਕਰਮਚੰਦ ਫਿਰ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ। ਵੇਖੋ ਅੰਤਰਜਾਮੀ ਬਾਹਲਾ ਭੋਲਾ। ਭਾਈ ਗੁਰਦਾਸ ਜੀ ਗੁਰੂ ਹਰਗੋਬਿੰਦ ਸਾਹਿਬ ਬਾਰੇ ਲਿਖਦੇ ਆ, ਜਿਹੜੀ ਵਾਰ ਹੀ ਸਾਰੀ ਲਿਖਦੇ ਆ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿਫਤ ਕਰਦੇ ਤੇ ਲਿਖਦੇ ਆ ਅੰਤਰਜਾਮੀ ਬਾਲਾ ਭੋਲਾ। 2 ਪਾਠ ਨੇ ਇਹਦੇ। ਕਈ ਕਹਿੰਦੇ ਬਾਲਾ ਭੋਲਾ ਵੀ ਬਾਲ ਰੂਪ ਵਿੱਚ ਜਿਵੇਂ ਬੱਚੇ ਭੋਲੇ ਹੁੰਦੇ ਆ ਉਵੇਂ ਮਹਾਰਾਜ ਭੋਲਾ ਸੁਭਾਅ ਰੱਖਦੇ ਆ। ਪਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਾਰੀ ਗੱਲ ਦਾ, ਪਰ ਗੁਰੂ ਹਰਗੋਬਿੰਦ ਸਾਹਿਬ ਭੋਲਾ ਭਾਅ ਰੱਖਦੇ ਆ। ਗੱਜ ਕੇ ਆਖੋ। ਤੇ ਦੂਜਾ ਮੈਂ
ਇੱਕ ਗੁਰਮੁਖਾਂ ਕੋਲੋਂ ਸੁਣ ਰਿਹਾ ਸਾਂ, ਉਹ ਹਰਿਆਣੇ ਦੇ ਇਲਾਕੇ ਦੇ ਸੀਗੇ ਤੇ ਉਹ ਕਹਿੰਦੇ ਜੀ ਅੰਤਰਜਾਮੀ ਬਾਹਲਾ ਭੋਲਾ, ਬਾਹਲਾ ਉਹ ਜ਼ਿਆਦੇ ਨੂੰ ਕਹਿੰਦੇ ਵੀ ਬਹੁਤੇ ਹੀ ਭੋਲੇ ਸੱਚੇ ਪਾਤਸ਼ਾਹ। ਪਰ ਮਹਾਰਾਜ ਜਾਣਦੇ ਸਾਰਾ ਕੁਝ, ਅੰਤਰਜਾਮੀ ਵੀ ਹੈ ਨਾ ਨਾਲ ਸ਼ਬਦ, ਤੇ ਅੰਤਰਜਾਮੀ ਦਾ ਅਰਥ ਹੁੰਦਾ ਦਿਲਾਂ ਦੀਆਂ ਜਾਣਨ ਵਾਲੇ। ਗੁਰੂ ਹਰਗੋਬਿੰਦ ਸਾਹਿਬ ਅੰਤਰਜਾਮੀ ਸੱਚੇ ਪਾਤਸ਼ਾਹ। ਮਹਾਰਾਜ ਕਰਮਚੰਦ ਨੂੰ ਪੁੱਛਦੇ ਆ, ਕਰਮਚੰਦ ਨੂੰ ਪੁੱਛਦੇ ਵੀ ਭਾਈ ਤੂੰ ਕੌਣ ਹੈ ਤੇ ਕਿੱਥੋਂ ਆਇਆ? ਤੇ ਕਰਮਚੰਦ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਮਹਾਰਾਜ ਆਪ ਜੀ ਦਾ ਹੀ ਸਿੱਖ ਹਾਂ, ਇਸੇ ਪਿੰਡ 'ਚ ਹੀ ਰਹਿੰਦਾ ਹਾਂ। ਭਾਈ ਤੇਰਾ ਨਾਮ ਕੀ ਹੈ? ਮਹਾਰਾਜ ਮੇਰਾ ਨਾਮ ਕਰਮਚੰਦ ਹੈ। ਕਰਮਚੰਦ ਦਾ ਮਤਲਬ ਹੁੰਦਾ ਹੈ ਜਿਹਦੇ ਬਹੁਤ ਸੋਹਣੇ ਕਰਮ ਹੋਣ, ਸ੍ਰੇਸ਼ਟ ਕਰਮ ਹੋਣ, ਕਰਮਚੰਦ। ਤੇ ਮੇਰਾ ਨਾਮ ਮਹਾਰਾਜ ਕਰਮਚੰਦ ਹੈ ਤੇ ਸੱਚੇ ਪਾਤਸ਼ਾਹ ਮੈਂ ਸੇਵਾ ਕਰਨੀ ਚਾਹੁੰਦਾ। ਵੇਖੋ ਜਿਹੜੇ ਪਿਆਰ ਵਾਲੇ ਹੁੰਦੇ ਆ ਨਾ, ਫੁਰਤੀ ਵੀ ਸਾਧ ਸੰਗਤ ਜੀ ਉਹਨਾਂ ਦੇ ਸਰੀਰ 'ਚ ਆਪੇ ਹੀ ਆ ਜਾਂਦੀ। ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ ਹੁੰਦਾ ਉਹ ਢਿੱਲਾਪਨ ਰੱਖਦੇ ਆ। ਤਤਕਾਲ ਹੀ ਭਾਈ ਸੰਤੋਖ ਸਿੰਘ ਜੀ ਲਿਖਦੇ, ਘਰ ਗਏ ਆ, ਲੰਗਰ ਵਾਸਤੇ ਸਮਾਨ ਲੈ ਕੇ ਆਏ ਆ, ਘੋੜਿਆਂ ਵਾਸਤੇ ਘਾਹ ਦਾਣਾ ਲੈ ਕੇ ਆਏ ਆ, ਲੰਗਰ ਵਾਸਤੇ ਚੌਲ, ਆਟਾ, ਦਾਲ, ਘਿਓ, ਖੰਡ, ਸਾਰਾ ਕੁਝ ਮਹਾਰਾਜ ਦੇ ਚਰਨਾਂ 'ਚ ਰੱਖਿਆ। ਉੱਥੇ ਫਿਰ ਲੰਗਰ ਤਿਆਰ ਹੋਇਆ, ਸਤਿਗੁਰੂ ਜੀ ਨੇ ਲੰਗਰ ਛਕਿਆ। ਤੇ ਲੰਗਰ ਛਕਿਆ ਨਾ ਜਦੋਂ ਮਹਾਰਾਜ ਨੇ, ਤੇ ਸਾਧ ਸੰਗਤ ਜੀ ਭਾਈ ਕਰਮਚੰਦ ਜੀ ਨੇ ਵੇਖ ਲਿਆ ਵੀ ਹੁਣ ਮਹਾਰਾਜ ਤ੍ਰਿਪਤ ਹੋ ਗਏ ਆ, ਤੇ ਮਹਾਰਾਜ ਨੂੰ ਫਿਰ ਬੇਨਤੀ ਕਰਦੇ। ਮੈਂ ਕੱਲ ਵੀ ਇੱਕ ਬੇਨਤੀ ਕੀਤੀ ਸੀ, ਕਈ ਵਾਰੀ ਕਈ ਪੁਰਸ਼ਾਂ ਨੂੰ ਇਹੋ ਹੀ ਨਹੀਂ ਪਤਾ ਲੱਗਦਾ ਵੀ ਸਵਾਲ ਕਿਹੜੇ ਵੇਲੇ ਪੁੱਛਣਾ ਹੈ, ਗੱਲ ਕਿਹੜੇ ਵੇਲੇ ਕਰਨੀ, ਤਾਂ ਹੀ ਫਿਰ ਉਹਨਾਂ ਨੂੰ ਜਵਾਬ ਨਹੀਂ ਮਿਲਦਾ। ਹੁਣ ਉਹ ਬੜੇ ਸਿਆਣੇ ਨੇ ਕਰਮਚੰਦ ਜੀ, ਉਹਨਾਂ ਵੇਖਿਆ ਵੀ ਮਹਾਰਾਜ ਆਨੰਦ ਪ੍ਰਸੰਨ ਹੋ ਗਏ ਆ, ਤੇ ਫਿਰ ਕਰਮਚੰਦ ਕਹਿੰਦੇ, ਮਹਾਰਾਜ ਮੇਰਾ ਜੀ ਕਰਦਾ ਮੈਂ ਜਪਜੀ ਸਾਹਿਬ ਦੇ ਅਰਥ ਸੁਣਾ, ਪਰ ਸੁਣਾ ਤੁਹਾਡੇ ਮੁਖ ਤੋਂ। ਆਖੋ ਸ੍ਰੀ ਵਾਹਿਗੁਰੂ। ਸਾਧ ਸੰਗਤ ਦੀ ਸਾਰੀ ਖੇਡ ਕਮਾਈ ਦੀ ਹੈ, ਸਾਡੇ ਕੋਲੋਂ ਉਨੀ ਕਮਾਈ ਨਹੀਂ ਹੁੰਦੀ, ਇਸੇ ਕਰਕੇ ਸਾਡੀ ਕਥਾ ਦਾ ਅਸਰ ਨਹੀਂ ਹੁੰਦਾ ਜੀ। ਜਦੋਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਬੋਲੇ ਹੋਣਗੇ, ਉਹ ਬਚਨ ਗੁਰਸਿੱਖਾਂ ਦੇ ਹਿਰਦਿਆਂ 'ਚ ਹੀ ਵਸੇ ਹੋਣਗੇ। ਮਹਾਰਾਜ ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹ ਅਡੋਲਾ, ਆਪ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਵੱਡ ਜੋਧਾ ਬਹੁ ਪਾਵੇ ਉਪਕਾਰੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਕਰਮਚੰਦ ਜਪਜੀ ਅਰਥ ਮਹਾਨ ਮਹਾਨਾ। ਜਪਜੀ ਸਾਹਿਬ ਦੇ ਅਰਥ ਬੜੇ ਮਹਾਨ ਨੇ, ਚੇਤਾ ਰੱਖਿਓ। ਆਪਾਂ ਕਥਾ ਵੀ ਆਰੰਭ ਕਰਨੀ, ਮੈਂ ਇੱਕ ਹੀ ਬਚਨ ਕਰਕੇ ਫਿਰ ਆਪਾਂ ਕਥਾ ਆਰੰਭ ਕਰੀਏ। ਇੱਕ ਗੱਲ ਦਾ ਚੇਤਾ ਰੱਖਿਓ, ਸਿੱਖ ਹੋ ਕੇ ਜੇ ਜਪਜੀ ਸਾਹਿਬ ਦੇ ਨਾਲ ਪਿਆਰ ਨਹੀਂ ਪਿਆ, ਫਿਰ ਸਿੱਖੀ ਨਹੀਂ ਇਹਦੇ ਧਾਰਨ ਕੀਤੀ। ਜਪਜੀ ਸਾਹਿਬ ਸਾਡੀ ਪ੍ਰਮੁੱਖ ਬਾਣੀ ਹੈ। ਜਪਜੀ ਸਾਹਿਬ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਾਰੰਸ਼ ਹੈ, ਔਰ ਜਪਜੀ ਸਾਹਿਬ ਦਾ ਸਾਰੰਸ਼ ਮੂਲ ਮੰਤਰ ਹੈ। ਮੂਲ ਮੰਤਰ ਦਾ ਸਾਰੰਸ਼ ਇੱਕ ਓੰਕਾਰ ਹੈ। ਇੱਕ ਓੰਕਾਰ ਦੀ ਪ੍ਰਾਪਤੀ ਵਾਸਤੇ ਸਾਨੂੰ ਜਨਮ ਮਿਲਿਆ ਹੈ। ਜਪਜੀ ਸਾਹਿਬ ਦੇ ਵਿੱਚ ਪ੍ਰਾਪਤੀ ਕਰਨ ਦਾ ਤਰੀਕਾ ਦੱਸਿਆ ਹੋਇਆ ਹੈ। ਸੋ ਜਪਜੀ ਸਾਹਿਬ ਦੀ ਬਾਣੀ ਦੇ ਅਰਥ ਬਹੁਤ ਮਹਾਨ ਹਨ। ਸਾਧ ਸੰਗਤ ਜੀ ਤੁਸੀਂ ਕਰੋੜਾਂ ਹੀ ਗਿਆਨੀ ਲਾ ਲਓ, ਜਪਜੀ ਸਾਹਿਬ ਦੇ ਅਰਥ ਕਰੋ। ਸਾਧ ਸੰਗਤ ਜੀ ਸਾਰੇ ਜਪਜੀ ਸਾਹਿਬ ਦੇ ਅਰਥ ਨਹੀਂ ਹੋ ਸਕਦੇ ਜੀ, ਮੂਲ ਮੰਤਰ ਦੇ ਨਹੀਂ ਅਰਥ ਹੋ ਸਕਦੇ। ਅਖਰੀ ਅਰਥ ਤਾਂ ਬੋਲ ਚਾਲਣ ਵਿੱਚ ਆਪਾਂ ਕਰ ਲਵਾਂਗੇ, ਪਰ ਭਾਵ ਅਰਥ ਤਾਂ ਗੁਰੂ ਨਾਨਕ ਸਾਹਿਬ ਖੁਦ ਹੀ ਜਾਣਦੇ ਆ ਨਾ। ਮਹਾਰਾਜ ਕਹਿਣ ਲੱਗੇ ਜਪਜੀ ਸਾਹਿਬ ਤਾਂ ਗੁਰੂ ਨਾਨਕ ਸਾਹਿਬ ਹੀ ਇਹਦੇ ਅਰਥ ਕਰ ਸਕਦੇ ਆ, ਪਰ ਫਿਰ ਵੀ ਤੈਨੂੰ ਸਰੂਪ ਦੱਸ ਦਿੰਦੇ ਆ। ਜਪਜੀ ਸਾਹਿਬ ਦਾ ਸਰੂਪ ਕੀ ਹੈ, ਇਹਦਾ ਭਾਵ ਸਮਝੋ ਕਿ ਕਿਹੜੀ ਪੌੜੀ ਵਿੱਚ ਕੀ ਆਖਿਆ, ਕਿੰਨੀਆਂ ਪੌੜੀਆਂ ਨੇ, ਇਹਨੂੰ ਕਹਿੰਦੇ ਸਰੂਪ। ਇੱਕ ਹੈ ਨਾ ਬਾਹਰੀ ਰੂਪ ਹੈ ਸਾਡਾ, ਤੇ ਬਾਹਰੀ ਰੂਪ ਦੇ ਵਿੱਚ ਹੀ ਅੰਦਰ ਫਿਰ ਹੱਡੀਆਂ ਮਾਸਪੇਸ਼ੀਆਂ ਨੇ ਨਾ, ਕਹਿੰਦੇ ਬਾਹਰੀ ਰੂਪ ਦੱਸ ਦਿੰਦੇ ਆ ਤੈਨੂੰ। ਮਹਾਰਾਜ ਕਹਿੰਦੇ ਜਪ ਦੇ ਅਰਥ ਕੀ ਹੈ, ਪਹਿਲਾਂ ਇਹ ਭਾਵ ਸਮਝਣਾ। ਜਿਵੇਂ ਵੇਦ ਹੈ ਨਾ, ਵੇਦ ਸਾਧ ਸੰਗਤ ਦੀ ਵੇਦ ਦਾ ਭਾਵ ਹੁੰਦਾ ਹੈ
ਆਪਣੇ ਸਰੂਪ ਨੂੰ ਪਛਾਣਨਾ, ਆਪਣੇ ਸਰੂਪ ਦੀ ਪ੍ਰਾਪਤੀ ਕਰਨੀ, ਆਪਣੇ ਆਪ ਨੂੰ ਚੀਨਣਾ। ਤੇ ਮਹਾਰਾਜ ਬਾਣੀ ਚ ਕਹਿੰਦੇ ਆ, ਆਪ ਨਾ ਚੀਨੈ ਤਾਂ ਬਾਜੀ ਹਾਰੀ। ਕੱਢ ਕੇ ਆਖੋ, ਆਪ ਨਾ ਚੀਨੈ ਤਾਂ ਬਾਜੀ ਹਾਰੀ। ਜੇ ਆਪਣੇ ਆਪ ਦੀ ਪਛਾਣ ਨਹੀਂ ਹੋਈ ਤੇ ਮਨੁੱਖਾ ਜਨਮ ਦੀ ਬਾਜੀ ਜਿਹੜੀ ਉਹ ਬੰਦਾ ਹਾਰ ਜਾਂਦਾ ਹੈ ਜੀ। ਦੂਸਰੇ ਨੂੰ ਗਿਆਨ ਦੇਣਾ ਬੜਾ ਹੀ ਸੌਖਾ ਹੈ, ਆਪਣੇ ਆਪ ਦੇ ਬਾਰੇ ਗੱਲ ਕਰਨੀ ਬੜੀ ਔਖੀ ਹੈ। ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਇਸ ਦੁਨੀਆ ਨੂੰ ਤਾਰਨ ਵਾਸਤੇ ਆਏ, ਇਸ ਕਰਕੇ ਜਪਜੀ ਸਾਹਿਬ ਮਹਾਰਾਜ ਨੇ ਉਚਾਰਿਆ। ਕਥਾ ਫਿਰ ਜੇ ਬੜੇ ਬਚਨ ਹੋਰ ਵੀ ਆ ਜਾਂਦੇ ਆ, ਪਰ ਚਲੋ ਵੇਖੋ ਗੁਰੂ ਨਾਨਕ ਸਾਹਿਬ ਜਿੱਥੇ ਜਿੱਥੇ ਗਏ ਆ ਨਾ, ਸਾਰਿਆਂ ਨੇ ਮਹਾਰਾਜ ਨੂੰ ਪ੍ਰਸ਼ਨ ਪੁੱਛਿਆ, ਗੁਰੂ ਨਾਨਕ ਸਾਹਿਬ ਨੇ ਕਿਸੇ ਨੂੰ ਸਵਾਲ ਨਹੀਂ ਕੀਤਾ। ਵੱਡੇ ਵੱਡੇ ਪੀਰ, ਔਲੀਏ, ਪੈਗੰਬਰ, ਧਾਰਮਿਕ, ਰਾਜਨੀਤਿਕ ਰਾਜੇ ਜਿਹੜੇ ਸਨ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਸਵਾਲ ਕੀਤੇ। ਹਾਂਜੀ, ਸਵਾਲ ਦੁੱਖ ਚੋਂ ਜਨਮ ਲੈਂਦੇ ਆ। ਜਿੰਨੇ ਸਵਾਲ ਨੇ ਨਾ, ਇਹਨਾਂ ਦਾ ਦੁੱਖਾਂ ਚੋਂ ਜਨਮ ਹੁੰਦਾ ਹੈ। ਮੈਨੂੰ ਰੋਗ ਕਿਉਂ ਲੱਗ ਗਿਆ, ਇਹ ਸਵਾਲ ਹੈ। ਮੈਂ ਦੁਖੀ ਕਿਉਂ ਹਾਂ, ਇਹ ਸਵਾਲ ਹੈ। ਜਿੰਨੇ ਸਵਾਲ ਨੇ, ਇਹਨਾਂ ਦਾ ਜਨਮ ਦੁੱਖਾਂ ਵਿੱਚੋਂ ਹੁੰਦਾ ਹੈ। ਗੁਰੂ ਨਾਨਕ ਸਾਹਿਬ ਦੁਖੀ ਨਹੀਂ ਹਨ, ਇਸ ਕਰਕੇ ਉਹਨਾਂ ਅੰਦਰ ਸਵਾਲ ਵੀ ਕੋਈ ਨਹੀਂ ਹੈ। ਗੱਜ ਕੇ ਆਖੋ, ਮਹਾਰਾਜ ਜੀ ਨੇ ਦੁਨੀਆ ਨੂੰ ਸੇਧ ਹੀ ਦਿੱਤੀ ਹੈ, ਨਿੱਜੀ ਸਰੂਪ ਨੂੰ ਕਿਵੇਂ ਜਾਣਨਾ। ਸੋ ਗੁਰੂ ਹਰਗੋਬਿੰਦ ਸਾਹਿਬ ਹੁਣ ਅਰਥ ਦੱਸ ਰਹੇ ਆ। ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਸਾਰੀ ਸੰਗਤ ਹੱਥ ਜੋੜ ਕੇ ਪਿਆਰ ਨਾਲ ਮਨੋਬਿਰਤੀਆਂ ਨੂੰ ਇਕਾਗਰ ਕਰਕੇ ਗੱਜ ਕੇ ਆਖੋ ਜੀ, ਸਤਿਨਾਮ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ, ਫੇਰ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਂ ਤੇ ਸੁਣੋ ਖਸ਼ਟ ਜੇ ਪੌੜੀ। ਮਹਾਰਾਜ ਕਹਿਣ ਲੱਗੇ, ਕਰਮਚੰਦ ਤੈਨੂੰ ਬਾਰੀ ਸਰੂਪ ਦੱਸ ਦਿੰਦੇ ਹਾਂ। ਵੇਖੋ ਸੁਰਤ ਖੜੋ, ਉਹ ਵੱਡਾ ਰੁੱਖ ਹੈ, ਲਾਗੇ ਲਾਗੇ ਵੀ ਰੁੱਖ ਨੇ, ਰੁੱਖ ਦੇ ਹੇਠਾਂ ਉੱਚੀ ਥਾਂ ਹੈ, ਗੁਰੂ ਹਰਗੋਬਿੰਦ ਸਾਹਿਬ ਦਾ ਆਸਣ ਲੱਗਾ, ਥੱਲੇ ਵੀ ਆਮ ਦਰੀਆਂ ਉਸ ਸਮੇਂ ਦੀਆਂ ਵਿਛਾਈਆਂ ਹੋਈਆਂ। ਕਰਮਚੰਦ ਸਾਹਮਣੇ ਹੱਥ ਜੋੜ ਕੇ ਬੈਠੇ ਹੋਏ ਹਨ ਭਾਈ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਉੱਚੀ ਥਾਂ ਤੇ ਬੈਠੇ ਆ, ਚੌਰ ਸਾਹਿਬ ਹੋ ਰਿਹਾ ਗੁਰੂ ਜੀ ਦੇ ਸੀਸ ਉੱਤੇ। ਮਹਾਰਾਜ ਕਹਿੰਦੇ, ਜਿਹੜੀਆਂ 6 ਪੌੜੀਆਂ ਹਨ ਨਾ ਜਪਜੀ ਸਾਹਿਬ ਦੀਆਂ, 6ਵੀਂ ਪੌੜੀ ਕਿਹੜੀ ਹੈ? ਤੀਰਥ ਨਹਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਹਾਏ ਕਰੀ। ਹਾਂਜੀ, ਕੀਨ ਮੰਗਲਾ ਚਰਨ ਸੋ ਠੌਰੀ। ਇਹ 6 ਪੌੜੀਆਂ ਦੇ ਵਿੱਚ ਮੰਗਲਾਚਰਨ ਹੀ ਕੀਤਾ ਗਿਆ। ਮੰਗਲਾਚਰਨ, ਵਾਹਿਗੁਰੂ ਜੀ ਦੀਆਂ ਵਡਿਆਈਆਂ ਕੀਤੀਆਂ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ। ਇਹ ਕੀ ਹੈ? ਇਹ ਵਾਹਿਗੁਰੂ ਦੀਆਂ ਵਡਿਆਈਆਂ। ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਕੀ ਹੈ? ਇਹ ਵਡਿਆਈਆਂ ਹਨ। ਮਹਾਰਾਜ ਕਹਿੰਦੇ, ਜਿਹੜੀਆਂ ਪਹਿਲੀਆਂ 6 ਪੌੜੀਆਂ ਨੇ ਨਾ, ਇਹ ਮੰਗਲਾਚਰਨ ਹੈ। ਵਡਿਆਈ ਵੀ ਹੈ ਤੇ ਬੇਨਤੀ ਵੀ ਹੈ। ਮੰਗਲਾਚਰਨ ਵੀ ਹੈ ਤੇ ਬੇਨਤੀ ਵੀ ਹੈ। ਹਾਂਜੀ, ਸਪਤਮ ਮਹਿ ਬੈਰਾਗ ਅਲਾਵਾ। ਸਬਦੀ 7ਵੀਂ ਪੌੜੀ ਜਪਜੀ ਸਾਹਿਬ ਜੀ ਦੀ ਜਿਹੜੀ ਹੈ, ਇਹਦੇ ਵਿੱਚ ਸਤਿਗੁਰੂ ਜੀ ਨੇ ਬੈਰਾਗ ਦਾ ਕਥਨ ਕੀਤਾ ਹੈ। ਬੈਰਾਗ ਕਿਹਨੂੰ ਕਹਿੰਦੇ ਆ? ਬੈਰਾਗ ਕਿਵੇਂ ਲੱਗੇਗਾ? ਇਹ ਮਹਾਰਾਜ ਸੱਚੇ ਪਾਤਸ਼ਾਹ ਨੇ 7ਵੀਂ ਪੌੜੀ 'ਚ ਜ਼ਿਕਰ ਕੀਤਾ ਹੈ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਨੇ, ਜੇ ਤਿਸ ਨਦਰ ਨਾ ਆਵਈ
ਤਾਂ ਬਾਤ ਨਾ ਪੁੱਛਾ ਕਿ ਬੜੀ ਲੰਮੀ ਉਮਰ ਹੋਵੇ ਮਹਾਰਾਜ ਕਹਿੰਦੇ, ਬੜਾ ਵੱਡਾ ਰਾਜਾ ਹੋਵੇ। 9 ਖੰਡ ਨੇ ਧਰਤੀ ਦੇ ਜੀ। ਗੁਰੂ ਨਾਨਕ ਸਾਹਿਬ ਜੀ ਨੇ 9 ਖੰਡਾਂ 'ਚ ਚਰਨ ਪਾਏ ਸਾਧ ਸੰਗਤ। 9 ਖੰਡ ਨੇ ਤੇ 9 ਖੰਡਾਂ ਵਿੱਚ ਬੰਦਾ ਜਾਣਿਆ ਜਾਂਦਾ ਹੋਵੇ ਤੇ ਜੇ ਯੁੱਗ ਚਾਰੇ ਆਰ ਜਾਂ 4 ਯੁੱਗ ਉਮਰ ਹੋਵੇ ਤੇ ਹੋਰ ਦਸੂਣੀ 10 ਗੁਣਾ ਹੋਰ ਹੋ ਜਾਏ, 40 ਯੁੱਗ ਹੋ ਗਈ ਜੀ। ਮਤਲਬ ਲੱਖਾਂ ਕਰੋੜਾਂ ਸਾਲ ਉਮਰ ਹੋਵੇ ਤੇ 9 ਖੰਡਾਂ ਦਾ ਰਾਜਾ ਹੋਵੇ, ਪਰ ਜੇ ਰੱਬ ਦੀ ਮਿਹਰ ਨਹੀਂ ਹੈਗੀ ਤਾਂ ਅੱਗੇ ਜਾ ਕੇ ਵਾਹ ਵੀ ਨਹੀਂ ਪੁੱਛਣੀ ਕਿਸੇ ਨੇ। ਬੈਰਾਗ ਪੈਦਾ ਹੁੰਦਾ, ਸੰਸਾਰ ਫਿਰ ਝੂਠਾ ਹੀ ਹੋਇਆ ਨਾ ਜੀ। ਇੱਥੋਂ ਦਾ ਰਾਜ ਭਾਗ ਝੂਠਾ ਹੀ ਹੋਇਆ ਨਾ ਜੀ। ਫਿਰ ਕੁਝ ਸੱਚ ਤੇ ਨਾ ਹੋਇਆ ਜੀ। ਹਾਂਜੀ। ਬਿਨਾ ਗਿਆਨ ਸਭ ਕੂਰ ਦਿਖਾਵਾ। ਹਜ਼ੂਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਕਰਮਚੰਦ 7ਵੀਂ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਦੱਸਦੇ ਵੀ ਰੱਬ ਦੇ ਗਿਆਨ ਤੋਂ ਬਗੈਰ, ਉਹਦੇ ਨਾਮ ਤੋਂ ਬਗੈਰ ਸਾਰਾ ਸੰਸਾਰ ਝੂਠ ਹੀ ਹੈ। ਖੂਬ 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 ਤੇਰੋ ਨਾਮ, ਝੂਠ 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 ਦੁਨੀ ਗੁਮਾਨ। ਆਖੋ ਸ੍ਰੀ ਵਾਹਿਗੁਰੂ। ਹਾਂਜੀ। ਬਾਹਰੋਂ 4 ਜੇ ਪੌੜੀ ਬਣੀ। ਫਿਰ ਅੱਗੇ 4 ਪੌੜੀਆਂ ਮਹਾਰਾਜ ਕਹਿੰਦੇ ਆਉਂਦੀਆਂ ਨੇ। ਹਾਂਜੀ। ਸ਼ਰਵਣ ਮਹਾਤਮ ਮਹਿਮਾ ਭਨੀ। ਉਹਦੇ ਵਿੱਚ ਸੁਣਨ ਦਾ ਮਹਾਤਮ ਹੈ। ਸੁਣਨ ਦਾ ਮਹਾਤਮ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼। ਸੁਣਨ ਦਾ ਮਹਾਤਮ ਵੀ ਬੜੀ ਵੱਡੀ ਗੱਲ ਹੈ। ਇੱਕੋ ਪੰਕਤੀ ਦੇ ਅਰਥ ਮਹਾਂਪੁਰਖਾਂ ਨੇ ਬੜੇ ਕੀਤੇ ਜੀ। ਇੱਕੋ ਪੰਕਤੀ ਦੇ ਅਰਥ। ਕੋਈ ਵੀ ਚੀਜ਼ ਹੈ, ਮੈਂ ਉਹਦਾ ਨਾਮ ਲਵਾਂ, ਤੁਹਾਡੇ ਸਾਹਮਣੇ ਉਹਦਾ ਚਿਹਰਾ ਬਣ ਜਾਏਗਾ। ਮੈਂ ਆਖਾਂ ਗਾਂ ਤੇ ਤੁਹਾਡੇ ਸਾਹਮਣੇ ਉਹ 4 ਲੱਤਾਂ, 1 ਪੂਛ ਆ ਜਾਏਗੀ, ਉਹੋ ਜਿਹਾ ਮੂੰਹ ਆਵੇਗਾ, ਗਾਂ ਦੀ ਫੋਟੋ ਬਣ ਜਾਏਗੀ ਅੱਗੇ। ਇਹ ਕਿਵੇਂ ਪਤਾ? ਸੁਣ ਕੇ ਹੀ ਗਿਆਨ ਹੋਇਆ ਨਾ ਵੀ ਇਹ ਗਿਆਨ, ਇਹ ਗਾਂ ਹੈ। ਤੇ ਗਿਆਨ ਹੋਣ ਤੋਂ ਬਾਅਦ ਸੁਣਦਿਆਂ ਸਾਰ ਉਹਦਾ ਚਿਹਰਾ ਬਣ ਗਿਆ। ਗੁਰੂ ਨਾਨਕ ਸਾਹਿਬ ਕਹਿੰਦੇ ਸੁਣ ਕੇ ਹੀ ਪਤਾ ਲੱਗਾ ਸਿੱਧ ਕੀ ਹੁੰਦੇ ਆ, ਪੀਰ ਕੀ ਹੁੰਦੇ ਆ, ਨਾਥ ਕੀ ਹੁੰਦੇ ਆ। ਦੂਜਾ ਸੁਣਿਆ ਸਿੱਧ ਪੀਰ ਸੁਰਨਾਥ। ਸਿੱਧ ਨੇ, ਪੀਰ ਨੇ, ਦੇਵਤੇ ਨੇ, ਨਾਥ ਨੇ, ਇਹ ਰੱਬ ਦਾ ਨਾਮ ਸੁਣ ਸੁਣ ਕੇ ਹੀ ਸਿੱਧ ਪੀਰ ਦੇਵਤੇ ਨਾਥ ਬਣੇ ਹੋਏ ਆ। ਸੁਣਨ ਦਾ ਮਹਾਤਮ ਕੀ ਹੈ? ਸੁਣਿਆ ਦੁਖ ਪਾਪ ਕਾ ਨਾਸ। ਮਹਾਰਾਜ ਕਹਿੰਦੇ 4 ਪੌੜੀਆਂ ਚ ਮਹਾਰਾਜ ਨੇ ਸੁਣਨ ਦਾ ਮਹਾਤਮ ਦੱਸਿਆ ਹੈ। ਪੁਨ ਚਾਰਨ ਮਹਿ ਮਨ ਨ ਦਿਖਾਇਓ। ਤੇ ਫਿਰ ਅਗਲੀਆਂ 4 ਪੌੜੀਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਰੱਬ ਦੇ ਨਾਮ ਨੂੰ ਮੰਨਣ ਵਾਲਿਆਂ ਦੇ ਬਾਰੇ ਦੱਸਿਆ ਜੀ। ਜਿਨ੍ਹਾਂ ਨੇ ਰੱਬ ਦਾ ਨਾਮ ਮੰਨ ਲਿਆ ਸਾਧ ਸੰਗਤ ਜੀ, ਉਹਨਾਂ ਦੀ ਗਤ ਅਵਸਥਾ ਕਹੀ ਨਹੀਂ ਜਾ ਸਕਦੀ। ਮੰਨੇ ਕੀ ਗਤ ਜੇ ਕੋ ਕਹੈ ਪਿਛਾ ਪਛਤਾਏ। ਕਹਿਣ ਵਾਲਾ ਪਛਤਾਏਗਾ, ਕਿਉਂ ਸਾਰੀ ਨਹੀਂ ਨਾ ਸਿਫਤ ਕਰ ਸਕਦਾ ਕੋਈ। ਕਈ ਮੈਨੂੰ ਕਹਿ ਦਿੰਦੇ ਆ, ਵੇਖੋ ਜੀ ਜੰਮ ਤਾਂ ਹੁੰਦੇ ਹੀ ਨਹੀਂ। ਤੇ ਇੱਕ ਦਿਨ ਪਾਠ ਕਰਦਿਆਂ ਪੰਕਤੀ ਆਈ ਤੇ ਮੇਰਾ ਮਸਲਾ ਹੀ ਹੱਲ ਹੋ ਗਿਆ ਜੀ। ਮੰਨੈ ਜਮ ਕੇ ਸਾਥ ਨਾ ਜਾਏ। ਬੋਲੋ ਸਾਰੇ। ਮੰਨੈ ਜਮ ਕੇ ਸਾਥ ਨਾ ਜਾਏ। ਮੰਨੈ ਜਮ ਕੇ ਸਾਥ ਨਾ ਜਾਏ। ਸਾਰੇ ਗੱਜ ਮੰਨੈ ਜਮ ਕੇ ਸਾਥ ਨਾ ਜਾਏ। ਮੰਨੈ ਜਮ ਕੇ ਸਾਥ ਨਾ ਜਾਏ। ਮੰਨਣ ਵਾਲਾ ਜਮਾਂ ਦੇ ਨਾਲ ਨਹੀਂ ਜਾਂਦਾ। ਮੰਨਣ ਦਾ ਮਹੱਤਵ ਹੈ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਾਨਕ ਹੋਏ। ਹਾਂਜੀ। ਬ੍ਰਹਮ ਗਿਆਨ ਕੋ ਹੇਤ ਜਾਣਿਓ। ਤੇ ਇਹ ਦੱਸਿਆ
ਕਿ ਬ੍ਰਹਮ ਗਿਆਨ ਪੈਦਾ ਹੋਏਗਾ ਰੱਬ ਦਾ ਨਾਮ ਮੰਨਣ ਨਾਲ ਜੀ। ਮੰਨਣ ਨਾਲ, ਸੁਣਨ ਨਾਲ ਦੁੱਖ ਪਾਪ ਨਾਸ ਹੋ ਜਾਣਗੇ, ਮੰਨਣ ਦੇ ਨਾਲ ਬ੍ਰਹਮ ਗਿਆਨੀ ਬਣ ਜਾਏਗਾ। ਕਿਉਂ? ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵਹਿ ਨਾ ਭੇਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਹਾਂਜੀ। ਪੰਚ ਪਰਵਾਨ ਵਿਖੈ ਨਿਧਿਆਸਨ। ਫਿਰ ਅਗਲੀ ਪੌੜੀ ਆਉਂਦੀ, ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ। ਹੁਣ ਪੰਚ ਕਿਹਨੂੰ ਕਹਿੰਦੇ? ਪੰਚ ਨਾਮ ਗੁਰਮੁਖਾਂ ਦਾ ਹੈ। ਗੁਰਮੁਖ ਪ੍ਰਵਾਨ ਨੇ, ਗੁਰਮੁਖ ਪ੍ਰਧਾਨ ਸ੍ਰੇਸ਼ਟ ਨੇ। ਰੱਬ ਦੀ ਦਰਗਾਹ 'ਚ ਗੁਰਮੁਖ ਮਾਣ ਪਾਉਂਦੇ ਹਨ। ਨਿਧਿਆਸਣ ਬਾਰੇ ਜੁੜੇ ਕਿਵੇਂ ਰਹਿਣਾ, ਇਹਦੇ ਬਾਰੇ ਮਹਾਰਾਜ ਦੱਸਦੇ ਆ। ਹਾਂਜੀ। ਤੀਨਹੁ ਕਰਤਿਓ ਕਰਹਿ ਉਪਾਸਨ। ਆਖੋ ਸ੍ਰੀ ਵਾਹਿਗੁਰੂ। ਫਿਰ ਆਖੋ। ਫਿਰ ਇਹ ਸੁਣਨਾ, ਮੰਨਣਾ ਤੇ ਨਿਧਿਆਸਣ ਕਰਨਾ, ਕਰਤੇ ਦੀ ਉਪਾਸਨਾ, ਇਹ ਸਾਰਾ ਕੁਝ ਇਹ ਅਗਲੀਆਂ 3 ਪੌੜੀਆਂ 'ਚ ਆਖਿਆ ਜੀ। ਅਸੰਖ ਜਪ ਅਸੰਖ ਪਾਪ, ਅਸੰਖ ਮੂਰਖ ਅੰਧ ਘੋਰ, ਅਸੰਖ ਨਾਵ ਅਸੰਖ ਥਾਲ। ਹਾਂਜੀ। ਤੂੰ ਸਦਾ ਸਲਾਮਤ ਨਿਰੰਕਾਰ। 4 ਵਾਰ ਸ੍ਰੀ ਜਪਜੀ ਸਾਹਿਬ ਦੇ ਵਿੱਚ ਪੰਕਤੀ ਆਉਂਦੀ ਹੈ, ਤੂੰ ਸਦਾ ਸਲਾਮਤ। ਹਾਂ, ਤੂੰ ਸਦਾ ਸਲਾਮਤ ਨਿਰੰਕਾਰ। ਹਾਂਜੀ। ਇਹ ਤੁਕ ਤਤਵਮਸ ਉਚਾਰ। ਇਹ ਤੁਕ ਤਤਵਮਸ ਉਚਾਰ, ਇਹਦਾ ਭਾਵ ਇਹ ਹੈ ਵੇਦਾਂ ਦਾ ਸਾਰ। ਸਾਧ ਸੰਗਤ ਜੀ 4 ਅੱਖਰ ਹਨ। ਕਹਿੰਦੇ ਆ ਵੀ ਉਹ 4 ਅੱਖਰਾਂ ਦੇ ਵਿੱਚ ਹੀ ਸਾਰੇ ਵੇਦਾਂ ਦਾ ਮਹਾਤਮ ਹੈ। ਤੇ ਗੁਰੂ ਨਾਨਕ ਸਾਹਿਬ ਨੇ 4 ਵੇਦਾਂ ਦਾ ਸਾਰ ਇੱਕੋ ਹੀ ਪੰਕਤੀ 'ਚ ਲਿਖ ਦਿੱਤਾ ਜੀ। ਤੂੰ ਸਦਾ ਸਲਾਮਤ ਨਿਰੰਕਾਰ। ਹਾਂਜੀ। ਮਹਾਵਾਕ ਏ ਸ਼ਰੁਤ ਮਹਿ ਚਾਰ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਕਰਮਚੰਦ 4 ਵੇਦਾਂ ਦੇ 4 ਹੀ ਮਹਾਵਾਕ ਨੇ। ਉਹ 4 ਹੀ ਮਹਾਵਾਕ ਤਿਮ ਤੁਕ ਕਹੀ 4 ਹੀ ਬਾਰ। ਇੱਕੋ ਹੀ ਪੰਕਤੀ 'ਚ ਲਿਖ ਦਿੱਤੇ। ਤੇ ਇਹ ਵੇਦਾਂ ਦਾ ਤੱਤ ਭਾਵ ਜਿਹੜਾ ਇੱਕ ਪੰਕਤੀ 'ਚ ਲਿਖ ਕੇ 4 ਵਾਰ ਉਹ ਪੰਕਤੀ ਲਿਖ ਦਿੱਤੀ ਜੀ। ਵੇਖੋ ਕਿੱਡੇ ਗਹਿਰੇ ਅਰਥ ਨੇ ਜਪਜੀ ਸਾਹਿਬ ਦੇ ਜੀ। ਹਾਂਜੀ। ਸ਼ਕਤ ਸ਼ਾਂਤ ਕੀ ਪ੍ਰਥਮ ਉਚਾਰੀ। ਤੇ ਸਤੋ ਗੁਣੀ ਸ਼ਕਤੀ ਪਹਿਲਾਂ ਉਚਾਰਨ ਕੀਤੀ ਜੀ। ਹਾਂਜੀ। ਜੇ ਅਸੰਖ ਕੀ ਪਵਰ ਵਿਚਾਰੀ। ਜਿਹੜੀਆਂ ਅਸੰਖਾਂ ਵਾਲੀਆਂ ਪੌੜੀਆਂ ਨੇ, ਪਹਿਲਾਂ ਸਤੋ ਗੁਣ ਹੈ ਜੀ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ। ਚੰਗੇ ਬੰਦਿਆਂ ਦੇ ਗੁਣ ਲਿਖੇ ਸਤੋ ਗੁਣਾਂ ਦੇ। ਜਿਹੜੇ ਚੰਗੇ ਕਰਮ ਕਰਦੇ ਉਹਨਾਂ ਦਾ ਜ਼ਿਕਰ ਕੀਤਾ ਵੀ ਅਸੰਖ ਹੀ ਨੇ। ਜਪਣ ਵਾਲਿਆਂ ਦੀ ਵੀ ਗਿਣਤੀ ਕੋਈ ਨਹੀਂ। ਹਾਂਜੀ। ਦੂਜੈ ਵਿਖੈ ਤਾਮਸੀ ਕਹੀ। ਤੇ ਦੂਜੀ ਪੌੜੀ ਅਸੰਖ ਵਾਲੀ ਜਿਹੜੀ ਉਹਦੇ 'ਚ ਤਮੋ ਗੁਣਾਂ ਦੀ ਗੱਲ ਕੀਤੀ ਜੀ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ। ਉਹ ਇੱਕ ਸਿੱਧਾ ਜਿਹਾ ਬੰਦਾ ਮੈਨੂੰ ਕਹਿਣ ਲੱਗਾ ਜੀ, ਪਹਿਲੀ ਜਦੋਂ ਭਗਤਾਂ ਦਾ ਜ਼ਿਕਰ ਕੀਤਾ ਤਾਂ ਦੂਜਿਆਂ 'ਚ ਡਾਕੂਆਂ ਦਾ ਜ਼ਿਕਰ ਕੀਤਾ। ਆਖੋ ਵਾਹਿਗੁਰੂ। ਹਾਂਜੀ। ਇਹ ਮੈਂ ਕਿਹਾ ਬਿਰਤੀਆਂ ਹੁੰਦੀਆਂ ਭਾਈ, ਇਹ ਬਿਰਤੀਆਂ ਹੁੰਦੀਆਂ ਨੇ। ਬੰਦੇ ਦੇ ਸੁਭਾਅ ਹੁੰਦੇ ਆ। ਤਮੋ ਗੁਣ ਰਾਜਸੀ ਸੁਭਾਅ ਹੋਣਾ। ਹਾਂਜੀ। ਗੁੱਸੇ ਵਾਲਾ ਹੋਣਾ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤਮੋ ਗੁਣਾਂ ਦਾ ਜ਼ਿਕਰ ਕੀਤਾ ਜੀ। ਹਾਂਜੀ।
ਤ੍ਰਿਤੀ ਦਿਖੈ ਦਵੈ ਸਿਮਰਤ ਲਹੀ। ਮਹਾਰਾਜ ਕਹਿੰਦੇ ਫਿਰ ਜਿਹੜੀ ਤੀਜੀ ਪੌੜੀ ਹੈ ਉਹਦੇ ਵਿੱਚ ਸਤੋ ਤੇ ਤਮੋ ਦੋਵਾਂ ਦਾ ਹੀ ਜ਼ਿਕਰ ਕੀਤਾ ਜੀ। ਅਸੰਖ ਨਾਭ ਅਸੰਖ ਥਾਪ, ਅਗੰਮ ਅਗੰਮ ਅਸੰਖ ਲੋ। ਹਾਂਜੀ, ਜੀਵ ਈਸ਼ ਇਕਤਾ ਦਿਖਰਾਈ। ਤੇ ਇਹਨਾਂ ਪੌੜੀਆਂ ਦੇ ਵਿੱਚ ਜੀਵ ਦੀ ਤੇ ਈਸ਼ ਦੀ, ਜਿਹੜੀ ਤੀਜੀ ਪੌੜੀ ਹੈ, ਜੀਵ ਦੀ ਤੇ ਈਸ਼ ਦੀ, ਬੰਦੇ ਦੀ ਤੇ ਰੱਬ ਦੀ ਇਕਤਾ, ਇਕਸਾਰਤਾ ਵਿਖਾਈ ਹੈ। ਹਾਂਜੀ, ਸੱਚ ਦਾ ਆਨੰਦ ਦੁਹਨ ਸਮ ਪਾਈ। ਆਖੋ ਸ੍ਰੀ ਵਾਹਿਗੁਰੂ। ਸਤ ਚਿਤ ਆਨੰਦ ਦੋਹਾਂ ਵਿੱਚ ਇੱਕੋ ਜਿਹਾ ਹੀ ਪਾਇਆ ਜਾਂਦਾ ਹੈ। ਪਰਮੇਸ਼ਰ ਉਹਦੇ ਬਾਰੇ ਮਹਾਰਾਜ ਨੇ ਦੱਸਿਆ ਜੀ। ਹਾਂਜੀ, ਇਤਿਆਦਿਕ ਸਭ ਅਰਥ ਸੁਣਾਏ। ਮਹਾਰਾਜ ਨੇ ਦੱਸਿਆ ਅੰਤ ਨਾ ਸਿਫਤੀ, ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਗਿਆਨ ਨਾ ਅੰਤ। ਇਹ ਪੌੜੀ ਦੇ ਅਰਥ ਕੀਤੇ। ਅਮੁੱਲ ਗੁਣ ਅਮੁੱਲ ਵਪਾਰ, ਇਸ ਪੌੜੀ ਦੇ ਅਰਥ। ਸੋ ਦਰ ਕੇਹਾ ਸੋ ਘਰ ਕੇਹਾ, ਜਿਤ ਬਹਿ ਸਰਬ ਸਮਾਲੇ, ਇਹਦੇ ਅਰਥ ਕੀਤੇ ਜੀ। ਫਿਰ 5 ਖੰਡ ਆਏ ਜੀ। ਕਰਮ ਖੰਡ, ਧਰਮ ਖੰਡ, ਗਿਆਨ ਖੰਡ, ਸਾਧ ਸੰਗਤ ਜੀ, ਇਹ 5 ਖੰਡਾਂ ਦਾ ਮਹਾਰਾਜ ਜੀ ਨੇ ਜ਼ਿਕਰ ਕੀਤਾ ਜੀ। ਧਰਮ ਖੰਡ, ਗਿਆਨ ਖੰਡ, ਕਰਮ ਖੰਡ, ਧਰਮ ਖੰਡ, ਸੱਚ ਖੰਡ। ਹਾਂਜੀ, ਸੁਣ ਸਿੱਖ ਸਗਰੇ ਮਨ ਵਸਾਏ। ਹੁਣ ਮੈਂ ਅੱਗੇ ਹੀ ਬੇਨਤੀ ਕੀਤੀ ਵੀ ਜਦੋਂ ਕਥਾ ਹੀ ਗੁਰੂ ਹਰਗੋਬਿੰਦ ਸਾਹਿਬ ਸੰਗਤ ਦੀ ਕਰਨ ਦੇ ਸੀਗੇ ਤੇ ਫਿਰ ਸਿੱਖਾਂ ਦੇ ਤੇ ਹਿਰਦੇ 'ਚ ਵਸਣੀ ਹੀ ਨਾ ਕਥਾ। ਗੁਰ ਸਿੱਖਾਂ ਦੇ ਹਿਰਦੇ ਦੇ ਵਿੱਚ ਸਾਧ ਸੰਗਤ ਜੀ ਇਹ ਅੱਖਰ ਸ਼ਬਦ ਵਸ ਗਏ। ਜਪ ਜੀ ਅਰਥ ਅਹੈ ਅਤ ਗੂੜੇ। ਤੇ ਗੁਰੂ ਸਾਹਿਬ ਸਭ ਕੁਝ ਦੱਸ ਕੇ ਫਿਰ ਕਹਿੰਦੇ ਆ, ਕਹਿੰਦੇ ਸਿੱਖੋ ਜਪਜੀ ਸਾਹਿਬ ਦੇ ਅਰਥ ਬੜੇ ਡੂੰਘੇ ਨੇ, ਬੜੇ ਡੂੰਘੇ। ਗੱਜ ਕੇ ਆਖੋ ਜਿੰਨਾ ਮਰਜ਼ੀ ਕੋਈ ਪੜ੍ਹੀ ਜਾਵੇ ਪੜ੍ਹੀ ਜਾਵੇ ਪੜ੍ਹੀ ਜਾਵੇ, ਜਪਜੀ ਸਾਹਿਬ ਦੇ ਸਾਰੇ ਅਰਥ ਨਹੀਂ ਸਮਝ ਆਉਂਦੇ। ਹਾਂਜੀ, ਸ਼੍ਰੀ ਨਾਨਕ ਬਾਣੀ ਸਭ ਰੂੜੇ। ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸਾਰੀ ਬਾਣੀ ਬੜੀ ਸੁੰਦਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਬਹੁਤ ਸੁੰਦਰ ਉਚਾਰਿਆ ਹੈ। ਹਾਂਜੀ, ਜਿਸ ਤੇ ਪਰੈ ਕਹਿਨ ਕੁਛ ਨਾਹੀ। ਹਾਂਜੀ, ਕਹੈ ਪਰੈ ਸੋ ਜਾਣੈ ਨਾਹੀ। ਆਖੋ ਵਾਹਿਗੁਰੂ। ਜਪਜੀ ਸਾਹਿਬ ਤੋਂ ਪਰਾਂ ਕੁਝ ਵੀ ਨਹੀਂ ਹੈਗਾ, ਅੱਗੇ ਕੁਝ ਨਹੀਂ ਹੈ। ਜਿਹੜਾ ਕਵੇ ਨਹੀਂ ਜੀ ਨਹੀਂ, ਜਪਜੀ ਸਾਹਿਬ ਤੋਂ ਵੀ ਅੱਗੇ ਕੁਝ ਹੈ, ਤੇ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਤੇ ਉਹ ਬੰਦਾ ਮੂਰਖ ਹੈਗਾ। ਕਹਿਣ ਲੱਗੇ ਸੋ ਜਾਣੈ ਨਾਹੀ, ਉਹਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ। ਸੋਈ ਅਜਾਨ ਕਹੇ ਮੈਂ ਜਾਨਾ, ਜਾਨਨ ਹਾਰ ਨਾ ਛਾਨਾ ਰੇ। ਹਾਂਜੀ, ਜੋਗ ਜਨਾਵਨ ਸਕਲ ਜਨਾਇਓ। ਪਰਮੇਸ਼ਰ ਨਾਲ ਜੋਗ ਕਿਵੇਂ ਹੋਵੇ, ਮਿਲਾਪ ਕਿਵੇਂ ਹੋਵੇ, ਇਹ ਵਾਰਤਾ ਸਾਰੀ ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਤੇ ਕਹੀ ਹੈ। ਮੈਂ ਵੇਖਦਾ ਹਾਂ, ਤੁਸੀਂ ਵੀ ਵੇਖਦੇ ਹੋ, ਬਹੁਤ ਸਾਰਿਆਂ ਦਾ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਨ ਵਿੱਚ ਧਿਆਨ ਨਹੀਂ ਲੱਗਦਾ, ਪਰ ਜਿਨ੍ਹਾਂ ਨੂੰ ਰਸ ਆ ਜਾਂਦਾ ਉਹ ਜਪਜੀ ਸਾਹਿਬ ਪੜ੍ਹੀ ਜਾਂਦੇ ਆ, ਪੜ੍ਹੀ ਜਾਂਦੇ। ਜੇ ਸਾਨੂੰ ਰਸ ਨਹੀਂ ਆ ਰਿਹਾ ਤਾਂ ਕਸੂਰ ਸਾਡੇ ਵਿੱਚ ਹੈ। ਇੱਕ ਵਾਰੀ ਪਿਆਰ ਨਾਲ ਆਖੋ ਸਾਰੇ, ਕਸੂਰ ਸਾਡੇ ਵਿੱਚ ਹੈ। ਸਾਨੂੰ ਇਸ ਮਹਾਬਾਣੀ ਦਾ ਰਸ ਨਹੀਂ ਆ ਰਿਹਾ, ਸਾਨੂੰ ਆਨੰਦ ਨਹੀਂ ਆ ਰਿਹਾ। ਹਾਂਜੀ, ਕਸੂਰ ਸਾਡੇ ਵਿੱਚ ਹੈ। ਬਾਣੀ ਵਾਕਈ ਜਪਜੀ ਸਾਹਿਬ ਦੀ ਬਹੁਤ ਵੱਡੀ ਹੈ ਔਰ ਇਹਦੇ ਤੋਂ ਪਰਾਂ ਹੈ ਕੁਝ ਨਹੀਂ, ਪਰ ਸਾਨੂੰ ਨਹੀਂ ਰਸ ਆ ਰਿਹਾ, ਕਸੂਰ ਸਾਡਾ ਹੈ। ਸਾਡੇ 'ਚ ਕੋਈ ਢਿੱਲ ਹੋਏਗੀ, ਉਹ ਢਿੱਲ ਲੱਭਣੀ ਹੈ। ਹਾਂਜੀ, ਸਭ ਸਿੱਖਿਅਨ ਕੋ ਪੰਥ ਬਤਾਇਓ। ਮਹਾਰਾਜ ਕਹਿਣ ਲੱਗੇ ਵਾਹਿਗੁਰੂ ਨਾਲ ਜੁੜਨਾ ਕਿਵੇਂ ਹੈ, ਇਹ ਜਪਜੀ ਸਾਹਿਬ ਵਿੱਚ ਸਾਰੀ ਗੱਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੱਸੀ ਹੈ। ਆਖੋ ਸ੍ਰੀ ਵਾਹਿਗੁਰੂ। ਇਹ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਦੱਸਿਆ ਹੈ।
ਬਚਨ ਮਾਨ ਜਿਨ ਪਾਇਓ ਗਿਆਨ। ਜਿਨ੍ਹਾਂ ਨੇ ਬਚਨ ਮੰਨ ਲਿਆ, ਜਪਜੀ ਸਾਹਿਬ ਨੂੰ ਪੜ੍ਹਿਆ, ਵਿਚਾਰਿਆ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਉਹ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਗਏ। ਹਾਂਜੀ। ਕੋਟ ਜਨਮ ਕੇ ਬੰਧਨ ਹਾਨ। ਕਰੋੜਾਂ ਜਨਮਾਂ ਦੇ ਬੰਧਨ ਕੱਟੇ ਗਏ ਜੀ, ਬੰਧਨ ਕੱਟੇ ਗਏ। ਉੱਥੇ ਮੇਰੇ ਵਰਗੇ ਸਿੱਖ ਵੀ ਬੈਠੇ, ਮਹਾਰਾਜ ਸਾਨੂੰ ਤੇ ਅਰਥ ਨਹੀਂ ਸਮਝ ਆਉਂਦੇ। ਆਖੋ ਵਾਹਿਗੁਰੂ ਜੀ। ਸਿੱਧੀ ਗੱਲ ਕਹਿਣੀ ਚਾਹੀਦੀ, ਮਹਾਰਾਜ ਸਾਨੂੰ ਨਹੀਂ ਅਰਥਾਂ ਦਾ ਪਤਾ ਲੱਗਾ, ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ। ਤੇ ਮਹਾਰਾਜ ਨੇ ਫਿਰ ਸੌਖਾ ਹੀ ਤਰੀਕਾ ਦੱਸਿਆ, ਬੜੇ ਧਿਆਨ ਨਾਲ ਸੁਣਿਓ। ਹਾਂਜੀ। ਮਜਤ ਜਪ ਜੀ ਪੜ ਜੁਤ ਨੇਮ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਫਿਰ ਪਿਆਰਿਓ ਸਾਡੀ ਗੱਲ ਸੁਣੋ, ਇਸ਼ਨਾਨ ਕਰਕੇ ਨੇਮ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰੋ। ਹਾਂਜੀ। ਸ਼੍ਰੀ ਨਾਨਕ ਤਰ ਧਿਆਨ ਸੋ ਪ੍ਰੇਮ। ਪਰ ਜਿੱਥੇ ਹੁਣ ਕੋ ਤੁਸੀਂ ਕਹੋਗੇ ਵੀ ਪਾਠ ਤੇ ਹੀ ਰੋਜ਼ ਕਰਦੇ ਹਾਂ, ਨੇਮ ਦਾ ਮਤਲਬ ਹੈ ਵੀ ਜੇ 4 ਵਜੇ ਇਸ਼ਨਾਨ ਕਰ ਲਿਆ ਤੇ 4:30 ਵਜੇ ਬਹਿਣਾ, ਤੇ ਰੋਜ਼ 4:30 ਵਜੇ ਬਹਿਣਾ ਜੀ। ਨੇਮ ਦਾ ਮਤਲਬ ਇਹ ਹੁੰਦਾ, ਇਹ ਨਹੀਂ ਵੀ ਅੱਜ 10 ਵਜੇ ਉੱਠੇ ਮੇਰੇ ਵਰਗੇ ਜੀ ਤੇ ਫਿਰ 10 ਵਜੇ ਕੋਈ ਨਹੀਂ ਇਸ਼ਨਾਨ ਕਰਕੇ ਜਪਜੀ ਸਾਹਿਬ ਕਰਨ ਲੱਗ ਪਏ। ਨਹੀਂ, ਨੇਮ ਦਾ ਮਤਲਬ ਹੁੰਦਾ ਵੀ ਟਾਈਮ ਟੇਬਲ ਫਿਕਸ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਨਾ। ਤੇ ਕਰਨਾ ਕਿਵੇਂ ਹੈ? ਗੁਰੂ ਨਾਨਕ ਸਾਹਿਬ ਜੀ ਦਾ ਬੜੇ ਹੀ ਪ੍ਰੇਮ ਨਾਲ ਧਿਆਨ ਧਾਰਨਾ ਮਹਾਰਾਜ ਕਹਿੰਦੇ। ਹਾਂਜੀ। ਤਿਨ ਕੋ ਗਹਿ ਨ ਜਮ ਸੁਖ ਦੁਖਦਾਈ। ਕੱਲਾ ਜਪਜੀ ਸਾਹਿਬ ਜੀ ਦਾ ਪਾਠ ਕਰਨ ਦਾ ਫਾਇਦਾ ਇਹ ਹੋਏਗਾ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਰੋਜ਼ ਉੱਠ ਕੇ ਇਸ਼ਨਾਨ ਕਰਕੇ ਪ੍ਰੇਮ ਨਾਲ ਧਿਆਨ ਧਾਰ ਕੇ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਜਪਜੀ ਸਾਹਿਬ ਦਾ ਪਾਠ ਕਰੇਗਾ, ਅੰਤਲੇ ਸਮੇਂ ਜਮ ਉਹਨੂੰ ਫੜ ਹੀ ਨਹੀਂ ਸਕਦੇ ਕਹਿਣ ਲੱਗੇ। ਬਸ ਇੱਕ ਪਾਠ ਹੀ ਜਪਜੀ ਸਾਹਿਬ ਦਾ ਕਰਨਾ ਜੀ, ਕਿੰਨੀ ਵੱਡੀ ਬਖਸ਼ਿਸ਼। ਹੁਣ ਜੇ ਇਹ ਵੀ ਨਾ ਹੋਵੇ ਸਾਡੇ ਕੋਲੋਂ ਤਾਂ ਫਿਰ ਅਸੀਂ ਲਾਮਾ ਦੇਈਏ ਗੁਰੂ ਨੂੰ ਤਾਂ ਗੱਲ ਨਹੀਂ ਬਣੇਗੀ। ਹਾਂਜੀ। ਅੰਤ ਸਮੇਂ ਗੁਰ ਬਨੇ ਸਹਾਈ। ਔਰ ਅੰਤਮ ਸਮੇਂ ਗੁਰੂ ਨਾਨਕ ਦੇਵ ਸਾਹਿਬ ਉਹਦੀ ਰਾਖੀ ਕਰਨਗੇ, ਉਹਨੂੰ ਨਰਕਾਂ 'ਚ ਨਹੀਂ ਜਾਣ ਦੇਣਗੇ, ਨਰਕਾਂ 'ਚ ਨਹੀਂ ਜਾਣ ਦੇਣਗੇ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹੇਗਾ ਜੀ। ਹਾਂਜੀ। ਸ਼੍ਰੀ ਗੁਰੂ ਨਾਨਕ ਦੇਸ਼ ਵਿਦੇਸ਼। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਪਿਆਰਿਓ, ਗੁਰੂ ਨਾਨਕ ਸਾਹਿਬ ਜੀ ਨੇ ਦੇਸ਼ਾਂ ਵਿੱਚ ਵਿਦੇਸ਼ਾਂ ਦੇ ਵਿੱਚ ਹਾਂਜੀ ਫਿਰੇ ਉਧਾਰਤ ਜੀਵ ਵਿਸ਼ੇਸ਼। ਬਹੁਤ ਦੂਰ ਦੂਰ ਜਾ ਕੇ ਜੀਵਾਂ ਦਾ ਉਧਾਰ ਕੀਤਾ ਕਹਿਣ ਲੱਗੇ, ਦੂਰ ਦੂਰ ਜਾ ਕੇ ਫਿਰੇ ਆ, ਜੀਵਾਂ ਦਾ ਉਧਾਰ ਕੀਤਾ। ਹਾਂਜੀ। ਜੇਠੇ ਆਦ ਸੁਨੀ ਗੁਰ ਪਾਸ। ਹੁਣ ਇਹ ਅਰਥ, ਇਹ ਬਚਨ ਭਾਈ ਜੇਠਾ ਜੀ ਹੋਣਾ ਨੇ ਵੀ ਸੁਣੇ ਸੀ, ਮਹਾਰਾਜ ਦੇ ਲਾਗੇ ਬੈਠੇ ਸੀਗੇ। ਹਾਂਜੀ। ਆਪਨ ਮਨੋਰਥ ਕੀਨ ਪ੍ਰਕਾਸ਼। ਤੇ ਭਾਈ ਜੇਠਾ ਜੀ ਹੋਣਾ ਨੇ ਨਾ ਸਾਧ ਸੰਗਤ ਜੀ ਫਿਰ ਮਹਾਰਾਜ ਗਰੀਬ ਨਵਾਜ ਜੀ ਨੂੰ ਆਪਣੇ ਮਨ ਦੀ ਇੱਛਾ ਦੱਸੀ ਜੀ। ਹਾਂਜੀ। ਜਨਮੇ ਸ਼੍ਰੀ ਨਾਨਕ ਜਗਤੇਸ਼। ਸੱਚੇ ਪਾਤਸ਼ਾਹ ਮੇਰੇ ਸਤਿਗੁਰੂ ਮੇਰੇ ਮਾਲਕ ਜੀ, ਆਪ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਸ਼ੁਭ ਨਾਮ ਲਿਆ ਹੈ। ਤੁਸੀਂ ਵੀ ਆਖੋ ਸਾਰੇ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਤੇ ਮਹਾਰਾਜ ਮੈਂ ਸੁਣਿਆ ਵੀ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਇਸੇ ਇਲਾਕੇ 'ਚ ਹੋਇਆ ਜੀ। ਬਾਰਾਮੂਲਾ, ਇਹ ਹੈਬਜ਼ਾਬਾਦ, ਅਗਲਾ ਹੈਬਜ਼ਾਬਾਦ ਦਾ ਜਿਹੜਾ ਇਲਾਕਾ ਸਾਰਾ ਪਾਕਿਸਤਾਨ 'ਚ ਪੈ ਜਾਂਦਾ ਜੀ। ਹਾਂਜੀ। ਸੋ ਇਤ ਹੀ ਦੇਸ਼ ਹੈ ਸ਼ੁਭ ਦੇਸ਼। ਮਹਾਰਾਜ ਮੈਂ ਸੁਣਿਆ ਵੀ ਇਸ ਇੱਧਰ ਹੀ ਹੈ ਉਹ ਇਲਾਕਾ ਜਿੱਧਰ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਇਆ ਜੀ। ਹਾਂਜੀ। ਕਿਰਪਾ ਕਰਹੁ ਤਹਿ ਦਰਸ ਦਿਖਾਵੋ। ਸਾਧ ਸੰਗਤ ਜੀ, ਹਰ ਇੱਕ ਸਿੱਖ ਦਾ ਮਨ ਹੁੰਦਾ ਵੀ ਉਸ ਜਗ੍ਹਾ ਜ਼ਰੂਰ ਦਰਸ਼ਨ ਕੀਤੇ ਜਾਣ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਇਆ। ਭਾਈ ਜੇਠਾ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰੋ, ਮਹਾਰਾਜ ਉਸ ਸਥਾਨ ਦੇ ਦਰਸ਼ਨ ਕਰਵਾਓ।
ਚਲਤ ਪੰਥ ਤਿਤ ਔਰ ਸਿਧਾਵੋ। ਸੱਚੇ ਪਾਤਸ਼ਾਹ ਸਾਨੂੰ ਉਸ ਪਾਸੇ ਲੈ ਕੇ ਚੱਲੋ ਜਿੱਥੇ ਸਾਡੇ ਵੱਡੇ ਸਤਿਗੁਰੂ ਜੀ ਦਾ ਆਗਮਨ ਹੋਇਆ। ਹਾਂਜੀ। ਸ਼੍ਰੀ ਹਰਗੋਬਿੰਦ ਸੁਣ ਕਰ ਭਾਖਾ। ਤੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸੁਣ ਕੇ ਹਮਰੀ ਪੀ ਐਸੇ ਅਭਿਲਾਖਾ। ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਭਾਈ ਜੇਠਾ ਜੀ ਸਾਡਾ ਵੀ ਜੀ ਕਰਦਾ ਚੱਲੀਏ ਉੱਥੇ, ਸਾਡਾ ਵੀ ਜੀ ਕਰਦਾ, ਸਾਡੀ ਵੀ ਇੱਛਾ ਹੈ। ਹਾਂਜੀ। ਅਬ ਦਰਸ਼ਨ ਕਰਤੇ ਤਹ ਚਲੇ। ਚਲੋ ਮਹਾਰਾਜ ਕਹਿੰਦੇ ਹੁਣ ਉਧਰ ਲੱਗ ਗਏ ਆ ਤੇ ਦਰਸ਼ਨ ਕਰਕੇ ਹੀ ਜਾਈਏ ਅੱਗੇ। ਹਾਂਜੀ। ਬਰਤ ਨਿਮਾਨੀ ਕੇ ਨਰ ਮਿਲੇ। ਆਖੋ ਵਾਹਿਗੁਰੂ। ਨਿਮਾਣੀ ਇਕਾਦਸ਼ੀ ਦਾ ਵਰਤ ਉਸ ਇਲਾਕੇ 'ਚ ਬਹੁਤ ਲੋਕ ਰੱਖਦੇ ਸੀਗੇ। ਮਹਾਰਾਜ ਕਹਿੰਦੇ ਚਲੋ ਫਿਰ ਉਧਰ ਚੱਲੀਏ, ਲੋਕ ਇਕੱਠੇ ਹੁੰਦੇ ਹੋਣੇ ਉਧਰ। ਹਾਂਜੀ। ਇਸ ਦਿਨ ਹੰਪੀ ਪਹੁੰਚੇ ਜਾਈ। ਏਕਾਦਸ਼ੀ ਵਾਲੇ ਦਿਨ ਅਸੀਂ ਵੀ ਉੱਥੇ ਪਹੁੰਚ ਜੀਏ। ਹਾਂਜੀ। ਇਮ ਕਹਿ ਸਤਿਗੁਰ ਨਿਸ਼ਾ ਬਿਤਾਈ। ਇਹ ਕਹਿ ਕੇ ਮਹਾਰਾਜ ਗਰੀਬ ਨਵਾਜ ਹਾਫਜ਼ਾਬਾਦ ਦੀ ਰਾਤ ਰਹੇ ਜੀ। ਹਾਂਜੀ। ਪ੍ਰਾਤ ਭਈ ਆਰੋਹੇ ਤੁਰੰਗ। ਦਿਨ ਹੋ ਚੜਿਆ, ਮੇਰੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਸੱਜ ਗਏ। ਗਮਨੇ ਪੰਥ ਸੈਨ ਕੁਸ਼ ਸੰਗ। ਥੋੜੀਆਂ ਫੌਜਾਂ ਵੀ ਮਹਾਰਾਜ ਦੇ ਨਾਲ ਨੇ ਤੇ ਮਹਾਰਾਜ ਸ੍ਰੀ ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ, ਜਿੱਥੇ ਮੇਰੇ ਗੁਰੂ ਨਾਨਕ ਸਾਹਿਬ ਨੇ ਬੜੇ ਹੀ ਚੋਜ ਕੀਤੇ, ਉਸ ਪਾਸੇ ਤੁਰ ਪਏ। ਕਰਮ ਚੰਦ ਤਬ ਆਏ ਅਗਾਰੀ। ਭਾਈ ਕਰਮ ਚੰਦ ਜੀ ਸਤਿਗੁਰੂ ਜੀ ਦੇ ਸਾਹਮਣੇ ਅੱਗੇ ਹੋਏ। ਚਲੋ ਸੰਗ ਮੈਂ ਗਿਰਾ ਉਚਾਰੀ। ਕਹਿੰਦੇ ਸੱਚੇ ਪਾਤਸ਼ਾਹ ਮੈਂ ਵੀ ਜਾਣਾ ਹੈ। ਘੋੜੇ ਦੇ ਅੱਗੇ ਹੱਥ ਜੋੜ ਕੇ ਖਲੋ ਗਏ ਸਤਿਗੁਰੂ ਜੀ ਦੇ ਸਾਹਮਣੇ। ਮਹਾਰਾਜ ਮੈਨੂੰ ਵੀ ਆਪਣੇ ਨਾਲ ਲੈ ਕੇ ਚੱਲੋ। ਕਹਿਓ ਗੁਰੂ ਰਚ ਇਹਾਂ ਸਥਾਨ। ਮਹਾਰਾਜ ਕਹਿੰਦੇ ਕਰਮ ਚੰਦ ਜੀ ਇੱਥੇ ਹੀ ਰਹੋ, ਇੱਥੇ ਧਰਮਸ਼ਾਲਾ ਬਣਾਓ। ਹਾਂਜੀ। ਆਏ ਸਿੱਖ ਕਰ ਸੇਵ ਮਹਾਨ। ਇੱਥੇ ਸਿੱਖ ਸੰਗਤਾਂ ਆਉਣਗੀਆਂ, ਸੰਗਤਾਂ ਦੀ ਸੇਵਾ ਕਰਿਆ ਕਰੋ ਕਹਿੰਦੇ। ਹਾਂਜੀ। ਜਿਮ ਹਮ ਸੰਗ ਰਹੇ ਫਲ ਪਾਵੇ। ਜਿਹੜਾ ਫਲ ਤੁਹਾਨੂੰ ਸਾਡੇ ਦਰਸ਼ਨ ਕਰਕੇ ਮਿਲਣਾ, ਸਾਡੇ ਨਾਲ ਰਹਿ ਕੇ ਮਿਲਣਾ ਨਾ ਜਿਹੜਾ ਫਲ, ਤਥਾ ਸਥਾਨ ਸੇਵ ਤੇ ਭਾਵੇ। ਤੁਸੀਂ ਇੱਥੇ ਰਹਿ ਕੇ ਧਰਮਸ਼ਾਲਾ ਬਣਾ ਕੇ ਸੇਵਾ ਕਰੋ, ਸਾਡੇ ਦਰਸ਼ਨਾਂ ਦਾ ਫਲ ਤੁਹਾਨੂੰ ਰੋਜ਼ ਹੀ ਮਿਲਿਆ ਕਰੇਗਾ। ਗੱਲ ਤੇ ਸੰਗਤ ਜੀ ਬਚਨਾਂ ਦੀ ਹੈ, ਗੱਜ ਕੇ ਆਖੋ। ਜਿਹਨੇ ਬਚਨ ਕਮਾ ਲਿਆ ਉਹਨੇ ਸਿੱਖੀ ਕਮਾ ਲਈ ਜੀ। ਬਚਨ ਕਮਾਇਆ ਨਹੀਂ ਜਾਂਦਾ ਜੀ। ਬਚਨ ਮਹਾਰਾਜ ਸਾਡੇ ਕੋਲੋਂ ਕਮਾਉਣ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਹਾਂਜੀ। ਇਮ ਦੇ ਧੀਰਜ ਚਲੇ ਅਗਾਰੀ। ਇਹ ਧੀਰਜ ਦੇ ਕੇ ਸੱਚੇ ਪਾਤਸ਼ਾਹ ਅੱਗੇ ਚੱਲ ਪਏ ਤੇ ਕਰਮ ਚੰਦ ਜੀ ਨੇ ਬਚਨ ਮੰਨ ਲਿਆ ਜੀ। ਹੁਣ ਵੇਖੋ ਨਾ ਜੀ, ਨਾਲ ਨਾਲ ਰਹਿਣਾ ਤੇ ਦਰਸ਼ਨਾਂ ਦਾ ਫਲ ਤਾਂ ਹੈਗਾ ਹੀ ਹੈ ਜੀ। ਤੇ ਮਹਾਰਾਜ ਨੇ ਕਿਹਾ ਕਰਮ ਚੰਦ ਸਾਡੇ ਦਰਸ਼ਨਾਂ ਦਾ ਫਲ ਇੱਥੇ ਬੈਠੇ ਹੀ ਮਿਲ ਜਾਏਗਾ। ਆਖੋ ਸ੍ਰੀ ਵਾਹਿਗੁਰੂ ਜੀ। ਮੈਂ ਇੱਕ ਗੁਰਮੁਖਾਂ ਦਾ ਸੁਣਿਆ ਸਾਧ ਸੰਗਤ ਜੀ, ਉਹ ਛੋਟੇ ਜਿਹੇ ਸੀਗੇ। ਉਹ ਕਹਿੰਦੇ ਜੀ ਮੈਂ ਗੁਰਮੁਖਾਂ ਮਹਾਂਪੁਰਖਾਂ ਕੋਲ ਰਹਿਣਾ ਸਾਂ ਤੇ ਮੈਂ ਉਹਨਾਂ ਨੂੰ ਕਿਹਾ ਜੀ ਹੇਮਕੁੰਟ ਸਾਹਿਬ ਜਾਣਾ ਹੈ। ਉਹ ਕਹਿੰਦੇ ਅਸੀਂ ਤੇਰੇ ਤੇ ਬੜੀ ਮਿਹਨਤ ਲਾਈ, ਤੈਨੂੰ ਪੜ੍ਹਾਇਆ ਤੇ ਵੱਡੀਆਂ ਖਾਈਆਂ ਤੇ ਸਾਨੂੰ ਪਤਾ ਵੀ ਜੇ ਤੂੰ ਗਿਆ ਤੇ ਐਕਸੀਡੈਂਟ ਹੋ ਜਾਣਾ ਤੇਰਾ। ਕਿਉਂ ਮਹਾਂਪੁਰਖਾਂ ਨੂੰ ਪਤਾ ਹੁੰਦਾ ਜੇ ਤੂੰ ਉਸ ਇਲਾਕੇ 'ਚ ਗਿਆ ਤੇ ਤੇਰੇ ਤੇ ਮੁਸੀਬਤ ਆਉਣੀ ਹੈ। ਤੇ ਉਹ ਵਾਕਈ ਇਸ ਤਰ੍ਹਾਂ ਹੋਇਆ ਜੀ। ਜਿਸ ਗੱਡੀ 'ਚ ਜਾਣਾ ਸੀ ਨਾ ਜੀ, ਉਹ ਗੱਡੀ ਦਾ ਥੋੜ੍ਹਾ ਜਿਹਾ ਟਕਰਾਓ ਹੋਇਆ ਤੇ 2-4 ਸਰੀਰ ਨਹੀਂ ਰਹੇ ਜੀ। ਤੇ ਮਹਾਂਪੁਰਖ ਕਹਿਣ ਲੱਗੇ ਵੀ ਤੁਸੀਂ ਇੱਥੇ ਹੀ ਬਹੁ, ਕੀਰਤਨ ਕਰਿਆ ਕਰੋ, ਹਰ ਸਾਲ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਦਾ ਫਲ ਤੁਹਾਨੂੰ ਘਰ ਬੈਠਿਆਂ ਮਿਲਿਆ ਕਰੇਗਾ ਜੀ। ਹਾਂਜੀ। ਬਚਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਕਰਮ ਚੰਦ ਜੀ ਸਾਡੇ ਦਰਸ਼ਨਾਂ ਦਾ ਫਲ ਇੱਥੇ ਬੈਠਿਆਂ ਹੀ ਮਿਲੇਗਾ। ਕਰਮ ਚੰਦ ਜੀ ਨੇ ਬਚਨ ਕਮਾ ਲਿਆ ਜੀ। ਹਾਂਜੀ। ਬਾਰ ਦੇਸ਼ ਜਿਸ ਦਿਸ਼ਾ ਮਝਾਰੀ। ਹਾਂਜੀ। ਪੰਥ ਉਲੰਘਤ ਪਹੁੰਚੇ ਜਾਈ। ਹਾਂਜੀ। ਤਲਵੰਡੀ ਨਗਰੀ ਜਿਸ ਤਾਈ। ਤੇ ਸੱਚੇ ਪਾਤਸ਼ਾਹ ਫਿਰ ਸਹਿਜੇ ਸਹਿਜੇ ਤੁਰੇ ਤੇ ਰਾਏ ਭੋਏ ਦੀ ਤਲਵੰਡੀ ਸਾ ਧਰਤ ਭਈ
ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਰਾਏ ਭੋਏ ਦੀ ਤਲਵੰਡੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪਹੁੰਚੇ। ਉਹ ਹੁਣ ਪ੍ਰਸੰਗ ਜਿਹੜਾ ਜਿਵੇਂ ਮਹਾਰਾਜ ਸੰਗਤਾਂ ਨੂੰ ਨਿਹਾਲ ਕਰਦੇ ਉੱਥੇ, ਔਰ ਜਿਵੇਂ ਆਪ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਦੇ ਆ, ਉਹ ਆਪਾਂ ਮਹਾਰਾਜ ਜੀ ਦੇ ਨਾਲ ਹੀ ਦਰਸ਼ਨ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਆਓ ਪੰਕਤੀ ਪੜ੍ਹੋ, ਫਿਰ ਆਪਾਂ ਖਿਮਾ ਮੰਗੀਏ। ਗੁਰੂ ਜੀ ਤੇ ਬਚਨ ਹੀ ਵੱਡੇ ਹਨ ਸਾਧ ਸੰਗਤ ਜੀ। ਜਿਹਨੇ ਜਿਵੇਂ ਬਚਨ ਕਮਾ ਲਿਆ, ਜੋ ਬਚਨ ਹੋ ਗਿਆ ਉਹਨੇ ਉਹ ਕਮਾ ਲਿਆ, ਉਹਦਾ ਨਿਸਤਾਰਾ ਹੋ ਗਿਆ, ਉਹਦਾ ਭਲਾ ਹੋ ਗਿਆ ਜੀ। ਸਤਿਗੁਰ ਬਚਨ ਤੁਮਾਰੇ, ਸਤਿਗੁਰ ਸਤਿਗੁਰ ਬਚਨ ਤੁਮਾਰੇ। ਮਹਾਰਾਜ ਦਾ ਧਿਆਨ ਧਰੋ, ਗੁਰੂ ਹਰਗੋਬਿੰਦ ਸਾਹਿਬ ਦਾ, ਤੇ ਫੇਰ ਆਖੋ ਸਤਿਗੁਰ ਬਚਨ ਤੁਮਾਰੇ। ਸਤਿਗੁਰ ਬਚਨ ਤੁਮਾਰੇ। ਨਿਰਗੁਣ ਨਿਸਤਾਰੇ, ਨਿਰਗੁਣ ਨਿਸਤਾਰੇ। ਨਿਰਗੁਣ ਨਿਰਗੁਣ ਨਿਸਤਾਰੇ, ਨਿਰਗੁਣ ਨਿਸਤਾਰੇ। ਨਿਰਗੁਣ, ਨਿਰਗੁਣ ਕਹਿੰਦੇ ਜਿਹਨੂੰ ਕੋਈ ਗੁਣ ਨਹੀਂ ਹੈਗਾ। ਮੂਰਖ ਬੰਦਾ, ਗੁਰੂ ਜੀ ਤੁਹਾਡੇ ਬਚਨਾਂ ਨੇ ਤਾਂ ਮੂਰਖ ਵੀ ਤਾਰ ਦਿੱਤੇ ਜੀ। ਨਿਰਗੁਣ ਨਿਸਤਾਰੇ, ਨਿਰਗੁਣ ਨਿਸਤਾਰੇ। ਸਤਿਗੁਰ ਬਚਨ ਤੁਮਾਰੇ। ਸਤਿਗੁਰ ਬਚਨ, ਸਤਿਗੁਰ ਨਿਰਗੁਣ ਨਿਸਤਾਰੇ, ਨਿਰਗੁਣ ਨਿਸਤਾਰੇ। ਸਤਿਗੁਰ ਬਚਨ ਤੁਮਾਰੇ। ਸਤਿਗੁਰ ਬਚਨ ਨਿਰਗੁਣ ਨਿਸਤਾਰੇ, ਨਿਰਗੁਣ ਨਿਸਤਾਰੇ। ਮਹਾਰਾਜ ਜੀ ਦਾ ਬਚਨ ਜਿਹਨੇ ਮੰਨ ਲਿਆ ਉਹਦਾ ਭਲਾ ਹੋ ਗਿਆ ਜੀ। ਉਹਦਾ ਬੜਾ ਹੀ ਭਲਾ ਹੋਇਆ, ਉਹਦਾ ਬੜਾ ਹੀ ਭਲਾ ਹੋਇਆ ਜੀ। ਸੱਚੇ ਪਾਤਸ਼ਾਹ ਦੀ ਮਿਹਰ ਕਰ। ਅੱਗੋਂ ਪ੍ਰਸੰਗ ਆਪਾਂ ਅਗਲੇ ਦਿਨਾਂ ਵਿੱਚ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।